महला पहला जे कर सूतक मन्निए सब ते सूतक होए जे कर सूतक मन्निए ਚਬਰ ਸ਼ਬਰ ਤਖਤ ਦੇ ਮਾਲਕ ਵਾਹਿਗੁਰੂ ਆਲਮ ਸਮੁੱਚੀ ਕਾਇਨਾਤ ਕੁਦਰਤ ਦੇ ਰਹਿਬਰ ਗੁਰੂ ਗਿਆਨ ਦਾਤਾ ਸਾਹਿਬ ਸੱਚਾ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ सच्चे पातशाह जीओ की कृपा रहमत बख्शिश सदका बाबे की पावन बाणी आसा की वार जिथे रल मिल गुरु सवारियां के पासों कीर्तन सरवण कर रहे हाँ और नाल नाल बाणी को समझण का यत्न कर रहे हैं। आओ विचार आरंभ करने तो पहला अदब प्यार सहित बुलाओ फतेह आखो जी वाहिगुरू जी का खालसा वाहिगुरू जी की फतेह। सतगुरु गुरु नानक साहब महाराज सच्चे पातशाह जी ने पावन बाणी के राही जिथे जिथे भी सतगुरु जी को दिखिया कि इत्थे बड़ा वहम है, बड़ा भरम का जाल विछिया हुआ है। सतगुरु जी ने अमृत पावन गुरबाणी के राही उस भरम नूं उस वहम नूं दूर किया ते अज भी सतगुरु जी कर रहे हैं। आओ जिथे आपां पिछले पौड़ी नाल संबंधित श्लोकां की विचार की सी कि विपर दीआं बनाइया हुई वहमां दीआं भरमां दीआं बेड़ियां सतगुरु जी ने कटिया, जिथे विपरण ये आखदा सी कि इस्त्री अपवित्र हो जाती है जदों उसनूं महीने बाद पीड़ आउंदे थे। गुरु साहब जी ने बड़ा सोहना सवाल किया और आखिया जे कुदरती नियम के मुताबिक बीबी अपवित्र हो जाती है
ਤੇ ਆਪਣੇ ਆਪ ਨੂੰ ਕਹਾਉਣ ਵਾਲੇ ਸਿਆਣੇ ਪੰਡਤ ਜੀ, ਗਿਆਨੀ ਜੀ, ਤਾਂ ਤੇਰੇ ਮੁਖ ਦੇ ਵਿੱਚ ਤਾਂ ਹਰ ਸਮੇਂ ਅਪਵਿੱਤਰਤਾ ਹੈ, ਝੂਠ ਹੈ। ਔਰ ਸਤਿਗੁਰੂ ਜੀ ਨੇ ਜਿੱਥੇ ਉੱਥੇ ਸੁੱਚ ਢਿੱਡ ਦੀ ਗੱਲ ਕੀਤੀ, ਸਮਝਾਇਆ, ਅੱਜ ਵੀ ਉਹੀ ਜੋ ਪੰਡਤ ਜੀ ਦਾ, ਬ੍ਰਾਹਮਣ ਜੀ ਦਾ ਔਰ ਪੁਜਾਰੀਆਂ ਦਾ, ਵਹਿਮਾਂ ਦਾ, ਭਰਮਾਂ ਦਾ ਜਾਲਾ ਬੁਣਿਆ ਸੀ ਨਾ, ਉਹ ਸਤਿਗੁਰੂ ਜੀ ਨੇ ਅੱਜ ਫਿਰ ਉਸ ਭਰਮ ਚੋਂ ਦੂਰ ਕੱਢਿਆ। ਉਹ ਭਰਮ ਕੀ ਹੈ? ਜਦੋਂ ਕਿਸੇ ਘਰ ਵਿੱਚ ਕਿਸੇ ਦਾ ਜਨਮ ਹੁੰਦਾ ਬੱਚੇ ਦਾ, ਤੇ ਬ੍ਰਾਹਮਣ ਜੀ ਨੇ ਆਖਿਆ ਕਿ ਉਸ ਘਰ ਦੇ ਵਿੱਚ ਸੂਤਕ ਆ ਗਿਆ, ਤੇ ਜਿੰਨੀ ਦੇਰ ਤੱਕ ਬ੍ਰਾਹਮਣ ਜੀ ਉੱਥੇ ਜਾ ਕੇ ਮਿੱਥੇ ਹੋਏ ਦਿਨਾਂ ਦੇ ਬਾਅਦ ਪ੍ਰਸ਼ਾਦਾ ਨਹੀਂ ਛਕ ਲੈਂਦੇ, ਉਨੀ ਦੇਰ ਤੱਕ ਉਹ ਘਰ ਪਵਿੱਤਰ ਨਹੀਂ ਹੁੰਦਾ। ਬ੍ਰਾਹਮਣ ਜੀ ਨੂੰ ਬੁਲਾਇਆ ਜਾਂਦਾ ਹੈ, ਪੁਜਾਰੀ ਜੀ ਨੂੰ ਬੁਲਾਇਆ ਜਾਂਦਾ ਹੈ, ਉਹ ਪੂਜਾ ਕਰਦਾ ਹੈ, ਮੰਤਰਾਂ ਦਾ ਜਾਪ ਕਰਦਾ ਹੈ, ਭੋਜਨ ਛਕਦਾ ਹੈ, ਤੇ ਫਿਰ ਘਰ ਪਵਿੱਤਰ ਹੁੰਦਾ ਹੈ। ਬਾਬੇ ਨੇ ਬੜਾ ਸੋਹਣਾ ਸਵਾਲ ਕੀਤਾ ਤੇ ਕਿਹਾ, ਮੈਨੂੰ ਵੀ ਤਾਂ ਦੱਸੋ ਪੁਜਾਰੀ ਜੀ, ਜੇਕਰ ਸੂਤਕ ਮੰਨੀਏ, ਜੇ ਇਸੇ ਤਰ੍ਹਾਂ ਹੀ ਸੂਤਕ ਮੰਨਿਆ ਜਾਂਦਾ, ਜੇ ਇਸੇ ਤਰ੍ਹਾਂ ਹੀ ਸੂਤਕ ਮੰਨਿਆ ਜਾਂਦਾ ਕਿ ਤੂੰ ਜਨਮ ਵੇਲੇ ਵੀ ਸੂਤਕ ਵਾਲਾ ਰੌਲਾ ਪਾ ਕੇ ਬੈਠਾ, ਜਦੋਂ ਬੰਦਾ ਮਰਦਾ ਹੈ ਤੂੰ ਉਦੋਂ ਵੀ ਸੂਤਕ ਵਾਲਾ, ਤੇ ਸੂਤਕ ਦੇ ਨਾਂ ਤੇ ਤੂੰ ਜਾਲਾ ਵੀ ਇੰਨਾ ਵੱਡਾ ਬੁਣਿਆ ਕਿ ਬੰਦਾ ਨਿਕਲ ਨਹੀਂ ਸਕਦਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਸੂਤਕ ਦੀ ਇਕੱਲੀ ਗੱਲ ਨਹੀਂ ਕੀਤੀ, ਬਾਬਾ ਕਬੀਰ ਸਾਹਿਬ ਵੀ ਕਰਦੇ ਨੇ। ਕਹਿੰਦੇ ਨੇ, ਪੰਡਤ ਜੀ ਮੈਨੂੰ ਤੁਸੀਂ ਇਹ ਦੱਸੋ, ਜਿਹੜਾ ਜਾਲਾ ਤੁਹਾਡਾ ਇਹ ਬੁਣਿਆ ਹੋਇਆ ਹੈ ਨਾ, ਇਸ ਜਾਲ ਦੇ ਵਿੱਚ ਨਾ ਲੋਕ ਫਸਣ ਲਈ ਤਿਆਰ ਨੇ, ਤੇ ਕੋਈ ਬਿਰਲਾ ਹੈ ਜਿਹੜਾ ਇੱਕ ਅੱਧਾ ਇਸ ਜਾਲ ਵਿੱਚੋਂ ਨਿਕਲਣਾ ਚਾਹੁੰਦਾ ਹੈ। ਜਿਹੜਾ ਸੂਤਕ ਦਾ ਜਾਲਾ ਤੁਸੀਂ ਬੁਣਿਆ ਹੋਇਆ, ਕਬੀਰ ਸਾਹਿਬ ਦੇ ਕਹਿੰਦੇ ਨੇ, ਕਹਿੰਦੇ ਜਲ ਹੈ ਸੂਤਕ, ਥਲ ਹੈ ਸੂਤਕ, ਸੂਤਕ ਉਪਤ ਹੋਈ। ਫਿਰ ਤਾਂ ਪਾਣੀ ਵੀ ਸੂਤਕ ਹੈ, ਸਾਰਾ ਕੁਝ ਹੀ ਸੂਤਕ ਹੈ, ਉਤਪਤੀ ਸਾਰੀ ਜਿੰਨੀ ਪੈਦਾ ਹੋਈ ਹੈ, ਜੋ ਕੁਝ ਦਿਸ ਰਿਹਾ ਸਾਰਾ ਕੁਝ ਹੀ ਸੂਤਕ ਹੈ। ਪੰਡਤ ਜੀ ਕਿਹੜੀ ਚੀਜ਼ ਫਿਰ ਸੁੱਚੀ ਹੈ, ਕਿਹੜੀ ਚੀਜ਼ ਪਵਿੱਤਰ ਹੈ? ਬਾਬਾ ਨਾਨਕ ਸਾਹਿਬ ਮਹਾਰਾਜ ਵੀ ਆਖਦੇ, ਕਹਿੰਦੇ ਜੇਕਰ ਸੂਤਕ ਮੰਨੀਐ ਸਭੋ ਸੂਤਕ ਹੋਏ, ਫਿਰ ਤਾਂ ਸਾਰਾ ਕੁਝ ਹੀ ਸੂਤਕ ਹੈ। ਕਹਿੰਦੇ ਸਾਰਾ ਕੁਝ ਹੀ ਸੂਤਕ ਹੈ, ਸਭ ਕੁਝ ਹੀ ਸੂਤਕ ਹੈ। ਉਹ ਕਿਹੜੀ ਗੱਲ ਬਾਬੇ ਨੇ ਆਖੀ? ਕਹਿੰਦੇ ਗੋਹੇ ਅਤੇ ਲੱਕੜੀ, ਗੋਹੇ ਦੇ ਵਿੱਚ ਵੀ ਕਈ ਜੀਵ ਪੈਦਾ ਹੁੰਦੇ, ਇਹਨਾਂ ਵਿੱਚ ਜਿੱਥੇ ਜੀਵ ਕੱਲਾ ਇੱਕ ਮਨੁੱਖ ਪੈਦਾ ਹੋਇਆ, ਉੱਥੇ ਹੀ ਕੱਲਾ ਸੂਤਕ ਥੋੜੀ ਹੈ। ਗੱਲ ਤੇ ਜੀਵ ਦੀ ਹੈ ਨਾ, ਕਿ ਜੀਵ ਪੈਦਾ ਹੋਇਆ, ਤੇ ਜੀਵ ਕੱਲਾ ਮਨੁੱਖ ਹੀ ਥੋੜੀ ਹੈ, ਕਿੰਨੇ ਜੀਵ ਨੇ, ਤੇ ਜਦੋਂ ਜੀਵ ਜਿੱਥੇ ਪੈਦਾ ਹੁੰਦੇ ਨੇ, ਤੇ ਸਾਰਾ ਕੁਝ ਹੀ ਫਿਰ ਸੂਤਕ ਹੈ। ਗੋਹੇ ਨੂੰ ਬੜਾ ਤੁਸੀਂ ਪਵਿੱਤਰ ਆਖਿਆ ਵੀ ਇਹ ਪਵਿੱਤਰ, ਅਸੀਂ ਲੇਪ ਕੀਤਾ ਤੇ ਇਹ ਪਵਿੱਤਰ ਹੋ ਗਿਆ। ਮਹਾਰਾਜ ਆਖਲੇ ਕਹਿੰਦੇ ਨਾ, ਤੁਹਾਡੇ ਗਾਂ ਦਾ ਗੋਹਾ ਜਿਹੜਾ ਨਾ, ਉਹ ਵੀ ਅਪਵਿੱਤਰ ਹੈ, ਉਹ ਵੀ ਸੂਤਕ ਹੈ, ਕਿਉਂਕਿ ਉਹਦੇ ਵਿੱਚ ਵੀ ਜੀਵ ਨੇ, ਉੱਥੇ ਵੀ ਜੀਵ ਪੈਦਾ ਹੋਏ। ਲੱਕੜੀ ਤੁਸੀਂ ਬਾਲੀ ਹੈ, ਆਖਿਆ ਲੱਕੜਾਂ ਨੂੰ ਧੋ ਕੇ ਚੌਂਕੇ ਨੂੰ ਸੁੱਚੀ ਕਾਲਾ ਦੇ ਕੇ ਅਸੀਂ ਫਿਰ ਪਵਿੱਤਰ ਕੀਤਾ, ਭੋਜਨ ਤਿਆਰ। ਬਾਬੇ ਨੇ ਆਖਿਆ ਨਹੀਂ, ਤੁਹਾਡਾ ਕੀਤਾ ਹੋਇਆ ਤਿਆਰ ਭੋਜਨ ਜਿਹੜਾ ਹੈ ਉਹ ਵੀ ਝੂਠਾ, ਕਿਉਂਕਿ ਗੋਹੇ ਵਿੱਚ ਵੀ ਜੀਵ ਨੇ ਤੇ ਲੱਕੜੀ ਦੇ ਵਿੱਚ ਵੀ ਜੀਵ ਨੇ। ਸਤਿਗੁਰੂ ਜੀ ਕਹਿਣ ਲੱਗੇ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਉਹਨਾਂ ਦੇ ਅੰਦਰ ਵੀ ਜੀਵ ਪੈਦਾ ਹੋਏ ਨੇ। ਸਤਿਗੁਰੂ ਜੀ ਅੱਗੇ ਆਖਿਆ, ਕਹਿੰਦੇ ਜੇਤੇ ਦਾਣੇ ਅੰਨ ਕੇ, ਅਨਾਜ ਦੇ ਜਿੰਨੇ ਵੀ ਦਾਣੇ ਨੇ, ਅਨਾਜ ਦੇ ਅੰਨ ਦੇ ਜਿੰਨੇ ਵੀ ਦਾਣੇ ਨੇ ਨਾ,
ਸਾਰੇ ਦਾਣਿਆਂ ਦੇ ਵਿੱਚ ਜੀਵਨ ਹੈ। ਦੱਸੋ ਪੰਡਤ ਜੀ, ਕਿਹੜਾ ਦਾਣਾ ਹੈ ਜਿਹੜਾ ਜੀਵ ਤੋਂ ਬਿਨਾਂ ਹੈ, ਜਿੰਦ ਤੋਂ ਬਿਨਾਂ ਹੈ? ਹਰੇਕ ਦੇ ਵਿੱਚ ਜੀਵ ਹੈ ਤੇ ਤੁਸੀਂ ਜਿਹੜਾ ਦਾਣਾ ਖਾਧਾ ਹੈ ਅਨਾਜ ਦਾ, ਫਿਰ ਤਾਂ ਉਹ ਵੀ ਅਪਵਿੱਤਰ ਹੈ। ਮਹਾਰਾਜ ਕਹਿੰਦੇ ਜੇ ਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਈ ਵੀ ਚੀਜ਼ ਜਿਹੜੀ ਹੈ ਉਹ ਜੀਵ ਤੋਂ ਬਿਨਾਂ ਨਹੀਂ ਹੈ। ਤੇ ਅੱਗੇ ਫਿਰ ਸਤਿਗੁਰੂ ਕਹਿੰਦੇ ਪੰਡਤ ਜੀ ਇੱਕ ਗੱਲ ਹੋਰ ਦੱਸਾਂ, ਪਾਣੀ ਹੈ ਨਾ, ਪਾਣੀ ਜੀਵਨ ਦਾ ਆਧਾਰ ਹੈ ਤੇ ਪਾਣੀ ਵਿੱਚ ਵੀ ਜੀਵ ਹੈ। ਪਹਿਲਾ ਪਾਣੀ ਜੀਉ ਹੈ, ਜਿਤ ਹਰਿਆ ਸਭ ਕੋਏ। ਜਿਸ ਪਾਣੀ ਦੇ ਨਾਲ ਸਾਰਾ ਕੁਝ ਹਰਿਆ ਭਰਿਆ ਹੁੰਦਾ, ਜੀਵਾਂ ਤੱਕ, ਜੀਵਾਂ ਤੋਂ ਦਰਖਤਾਂ ਤੱਕ, ਪੂਰੀ ਬਨਸਪਤੀ ਕਹਿ ਲਈਏ, ਸਾਰੇ ਜੀਵ ਜੰਤੂਆਂ ਨੂੰ ਪਾਣੀ ਦੀ ਲੋੜ ਹੈ ਤੇ ਪਾਣੀ ਵਿੱਚ ਵੀ ਜੀਵ ਹੈ। ਇਹਦਾ ਮਤਲਬ ਹੈ ਕਿ ਪਾਣੀ ਵੀ ਸੂਤਕ ਹੈ, ਪਾਣੀ ਵੀ ਅਪਵਿੱਤਰ ਹੈ। ਕਿਹੜੀ ਚੀਜ਼ ਹੈ ਜਿਹੜੀ ਫਿਰ ਪੰਡਤ ਜੀ ਸੁੱਚੀ ਹੈ? ਜਿਹੜੀਆਂ ਤੁਸੀਂ ਪੂਜਾ ਕਰਦੇ ਹੋ ਨਾ ਆਪਣੇ ਧਾਰਮਿਕ ਸਥਾਨਾਂ ਦੇ ਅੰਦਰ, ਉਹ ਵਸਤੂਆਂ ਵੀ ਅਪਵਿੱਤਰ ਹੈ। ਫੁੱਲਾਂ ਦੀ ਜੇ ਪੂਜਾ ਕਰੋਗੇ ਤੇ ਉਹ ਫੁੱਲ ਵੀ ਪਹਿਲੇ ਬਾਸ ਲਈ ਹੈ ਭਵਰੇ, ਉਹਨਾਂ ਤੇ ਵੀ ਭਵਰਾ ਆ ਕੇ ਪਹਿਲਾਂ ਬੈਠਾ ਹੈ, ਉਹਨੇ ਝੂਠੇ ਕਰ ਦਿੱਤੇ। ਜੇ ਤੁਸੀਂ ਦੁੱਧ ਨਾਲ ਆਪਣੇ ਧਾਰਮਿਕ ਮੰਦਿਰਾਂ ਦੇ ਅੰਦਰ ਮੂਰਤੀਆਂ ਦਾ ਇਸ਼ਨਾਨ ਕਰਾਉਂਦੇ ਹੋ, ਵੈਸੇ ਜੇ ਆਪਾਂ ਉਹਨਾਂ ਦੀ ਗੱਲ ਨਾ ਕਰੀਏ ਤੇ ਆਪਾਂ ਆਪਣੀ ਕਰੀਏ ਨਾ, ਅਸੀਂ ਵੀ ਪਿੱਛੇ ਨਹੀਂ। ਦਰਬਾਰ ਸਾਹਿਬ ਨੂੰ ਆਪਾਂ ਲੈ ਕੇ ਚੱਲੀਏ ਤੇ ਪਿਆਰ ਵਾਲਿਓ ਕਹਿੰਦੇ ਨੇ ਵੀ ਪਹਿਲਾਂ ਕੱਚੀ ਲੱਸੀ ਨਾਲ ਦਰਬਾਰ ਸਾਹਿਬ ਨੂੰ ਧੋਤਾ ਜਾਂਦਾ। ਬਾਬੇ ਨੇ ਪੁਜਾਰੀ ਪੁਣੇ ਦੇ ਵਿੱਚੋਂ ਕੱਢਿਆ, ਬਾਬੇ ਦੀ ਰੋਜ਼ ਬਾਬੇ ਦੀ ਬਾਣੀ ਇਹ ਰੋਜ਼ ਆਖਦੀ ਹੈ ਕਿ ਕਿਹੜੀ ਕੱਚੀ ਲੱਸੀ ਤੁਹਾਡੀ ਪਵਿੱਤਰ ਹੋ ਗਈ, ਕਿਹੜੀ ਕੱਚੀ ਲੱਸੀ। ਤੇ ਜੇ ਅਸੀਂ ਗੱਲ ਕਰੀਏ ਨਾ, ਕਹਿੰਦੇ ਜੇ ਨਿਸ਼ਾਨ ਸਾਹਿਬ ਤੇ ਤੁਸੀਂ ਚੋਲਾ ਪਾਉਣਾ ਹੈ ਨਾ, ਜਦੋਂ ਚੜਾਉਣਾ ਹੈ, ਉਦੋਂ ਵੀ ਕਹਿੰਦੇ ਪਹਿਲਾਂ ਕੱਚੀ ਲੱਸੀ ਨਾਲ ਧੋ, ਸੁੱਚਾ ਹੋ। ਕਾਹਦੇ ਲਈ ਧੋਣਾ? ਸੁੱਚਾ ਹੋਵੇਗਾ। ਕਮਾਲ ਦੀ ਗੱਲ ਹੈ, ਸਤਿਗੁਰੂ ਜੀ ਨੇ ਪੁਜਾਰੀ ਦੇ ਬੁਣੇ ਹੋਏ ਜਾਲ ਵਿੱਚੋਂ ਕੱਢਿਆ ਤੇ ਅਸੀਂ ਉਸ ਬਾਬੇ ਦੀ ਬਾਣੀ ਨੂੰ ਪੜ੍ਹ ਕੇ ਫਿਰ ਜਾਲ ਵਿੱਚ, ਫਿਰ ਬਾਬੇ ਦਾ ਪ੍ਰਕਾਸ਼ ਕਰਦਾ। ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ ਪਹਿਲਾ ਪਾਣੀ ਜੀਉ ਹੈ, ਜਿਤ ਹਰਿਆ ਸਭ ਕੋਏ। ਸੂਤਕ ਕਿਉਂ ਕਰ ਰੱਖੀ ਹੈ, ਸੂਤਕ ਪਵੇ ਰਸੋਏ। ਪੰਡਤ ਜੀ, ਇਹ ਪੁਜਾਰੀ ਜੀ, ਸੂਤਕ ਨੂੰ ਯਾਰ ਕਿਵੇਂ ਰੱਖਿਆ ਜਾ ਸਕਦਾ? ਕਿੱਦਾਂ ਰੱਖੇਗਾ ਸੂਤਕ ਨੂੰ? ਕਿਉਂਕਿ ਸੂਤਕ ਨੂੰ ਰੱਖਣਾ ਬੜਾ ਕਠਿਨ ਹੈ। ਹਰ ਸਮੇਂ ਤੇਰੀ ਰਸੋਈ ਦੇ ਵਿੱਚ ਵੀ ਸੂਤਕ ਹੈ, ਹਰ ਸਮੇਂ। ਜਿਸ ਰਸੋਈ ਦੇ ਵਿੱਚ ਭੋਜਨ ਤਿਆਰ ਕਰਦਾ ਨਾ, ਚੌਂਕੇ ਦੇ ਵਿੱਚ, ਰਸੋਈ ਦੇ ਵਿੱਚ, ਕਹਿੰਦੇ ਉੱਥੇ ਤੇ ਹਰ ਸਮੇਂ ਸੂਤਕ ਹੈ। ਹਰੇਕ ਚੀਜ਼ ਜਿਹੜੀ ਤੂੰ ਖਾਣ ਵਾਸਤੇ ਬਣਾਉਣੀ ਹੈ ਨਾ, ਬਾਬੇ ਨੇ ਪਹਿਲਾਂ ਆਖ ਦਿੱਤਾ ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ। ਭੋਜਨ ਤਿਆਰ ਕਰਨਾ ਹੈ ਤੇ ਜੋ ਤੇਰੇ ਭੋਜਨ ਤਿਆਰ ਕਰਨ ਵਾਸਤੇ ਵਸਤੂਆਂ ਨੇ ਨਾ, ਸਭਨਾਂ ਦੇ ਵਿੱਚ ਜੀ। ਕਿਹਨੂੰ ਪਾਪ ਆਖੇਗਾ, ਕਿਹਨੂੰ ਪੁੰਨ ਆਖੇਗਾ, ਕਿਹਨੂੰ ਝੂਠਾ ਆਖੇਗਾ, ਕਿਹਨੂੰ ਪਵਿੱਤਰ ਆਖੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਗੇ ਕਿਹਾ, ਕਹਿੰਦੇ ਸੂਤਕ ਪਵੈ ਰਸੋਏ ਨਾਨਕ, ਸੂਤਕ ਏਮ ਨ ਉਤਰੈ। ਹੇ ਨਾਨਕ, ਆ ਸੂਤਕ ਦੀ ਜਿਹੜੀ ਬਿਮਾਰੀ ਹੈ ਨਾ, ਸੁਚਮਤਾ ਦੀ, ਕਹਿੰਦੇ ਇਦਾਂ ਨਹੀਂ ਉਤਰਨੀ, ਇਦਾਂ ਨਹੀਂ ਉਤਰਨੀ। ਤੇ ਇਸ਼ਨਾਨ ਕਰ ਲਿਆ ਤੇ ਅਸੀਂ ਕਿਹਾ ਹੁਣ ਸੂਤਕ ਚਲਾ ਗਿਆ, ਨਹੀਂ ਇਦਾਂ ਨਹੀਂ ਸੂਤਕ ਉਤਰਨਾ। ਮੈਂ ਆਖਾਂ ਕਿ ਰੇਤਾਂ ਨਾਲ 5 ਵਾਰੀ ਮੈਂ ਹੱਥ ਮਾਂਜ ਲਿਆ, ਸੂਤਕ ਉਤਰ ਗਿਆ ਨਾ, ਮੈਂ ਸੁੱਚਾ ਹੋ ਗਿਆ, ਝੂਠ ਉਤਰ ਗਈ। ਸਤਿਗੁਰੂ ਕਹਿਣ ਲੱਗੇ ਨਾ, ਇਹ ਨਹੀਂ, ਇਦਾਂ ਨਹੀਂ ਮੈਂ ਆਖ ਸਕਦਾ ਵੀ ਆਪਣਾ ਖਾਣ ਵਾਲਾ ਜਿਹੜਾ ਬਾਟਾ ਹੈ, ਜਿਹਦੇ 'ਚ ਭੋਜਨ ਪਾ ਕੇ ਛਕਣਾ ਨਾ, ਉਹ ਬਾਟਾ ਮੈਂ ਰੇਤਾ ਨਾਲ ਮਾਂਜ ਲਿਆ ਤੇ ਤਾਂ ਸੁੱਚਾ ਹੋ ਗਿਆ। ਸਤਿਗੁਰੂ ਕਹਿਣ ਲੱਗੇ ਤੇ ਹਾਂ, ਕਿਹੜੇ ਚੱਕਰਾਂ ਵਿੱਚ ਪੈ ਗਿਆ। ਤੇ ਅੱਜ ਬਾਬਿਆਂ ਨੂੰ ਜਦੋਂ ਦੇਖੀਏ ਨਾ ਨੇੜੇ ਹੋ ਕੇ, ਕਹਿੰਦੇ ਅਸੀਂ ਸੰਗਤ ਵਿੱਚ ਪੰਗਤ 'ਚ ਬੈਠ ਕੇ
ਪ੍ਰਸ਼ਾਦਾ ਨਹੀਂ ਛਕਣਾ। ਸਪੈਸ਼ਲੀ ਤੌਰ ਤੇ ਬਾਬੇ ਘਰਾਂ ਵਿੱਚ ਜਾ ਕੇ ਪ੍ਰਸ਼ਾਦਾ ਛਕਦੇ ਨੇ। ਇਥੋਂ ਤੀਕ ਵੀ ਆਖਦੇ ਨੇ ਕਿ ਸਾਡੇ ਬਾਬੇ ਤਾਂ ਬਵੇਕੀਏ ਨੇ। ਘਰ ਵਿੱਚ ਜਾ ਕੇ ਵੀ ਕੋਈ ਪਰਿਵਾਰ ਦਾ ਜੀ ਜਿਹੜਾ ਉਹ ਪ੍ਰਸ਼ਾਦਾ ਨਹੀਂ ਤਿਆਰ ਕਰੇਗਾ, ਸਾਰੇ ਬਾਬਿਆਂ ਦੇ ਚੇਲੇ ਪ੍ਰਸ਼ਾਦਾ ਤਿਆਰ ਕਰਨਗੇ, ਕਿਉਂਕਿ ਬਾਬਾ ਜੀ ਕਿਸੇ ਦੇ ਹੱਥ ਦੀ ਛਕਦੇ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਕਿਹੜੀ ਚੀਜ਼ ਨੂੰ ਪਵਿੱਤਰ ਮੁਖ ਰੱਖਿਆ ਤੁਸੀਂ? ਨਾਨਕ ਸੂਤਕ ਏਵ ਨ ਉਤਰੈ। ਤੇ ਬਾਬਾ ਕਿਵੇਂ ਉਤਰੇ ਫਿਰ ਇਹ ਸੂਤਕ? ਇਹ ਜਿਹੜੀ ਭੈੜੀ ਬਿਮਾਰੀ ਵਹਿਮ ਦੀ ਭਰਮ ਦੀ ਲੱਗ ਗਈ ਆ, ਇਹ ਕਿਵੇਂ ਉਤਰੇ? ਕਹਿੰਦੇ ਗਿਆਨ ਉਤਾਰੈ ਹੋਏ। ਗਿਆਨ ਜਦੋਂ ਗੁਰੂ ਕੋਲੋਂ ਲਿਆ ਤੇ ਗੁਰੂ ਦੇ ਗਿਆਨ ਨੇ ਇਹ ਭਰਮ ਦੀ ਸੂਤਕ ਦੀ ਜਿਹੜੀ ਮੈਲ ਹੈ ਨਾ ਧੋ ਕੇ ਬਾਹਰ ਕੱਢ ਦਿੱਤੀ। ਗਿਆਨ ਇਹ ਮੈਲ ਨੂੰ ਦੂਰ ਕਰਦਾ ਹੈ। ਜਦੋਂ ਗਿਆਨ ਸਾਡੇ ਕੋਲ ਹੋਏਗਾ ਗੁਰੂ ਦੇ ਸ਼ਬਦ ਦਾ, ਗੁਰੂ ਦੀ ਬਾਣੀ ਦਾ, ਤਦੋਂ ਪਿਆਰ ਵਾਲੇ ਗੁਰਸਿੱਖੋ ਅਸੀਂ ਇਹੋ ਜਿਹੇ ਸੂਤਕ ਦੇ ਭਰਮ ਜਾਲ ਵਿੱਚ ਨਹੀਂ ਫਸਾਂਗੇ। ਆਓ ਅਗਲੇ ਦਾ ਸ਼ਲੋਕ ਸਤਿਗੁਰੂ ਜੀ ਦਾ ਸ਼ਬਦ। महला पहला। मन का सूतक लोभ है, जेवा सूतक कूड़ है। मन का सूतक लोभ है, जेवा सूतक कूड़ है। अखी सूतक परत पर तन रूप, कंदी सूतक कान पे लायत बारी का। नानक हंसा आदमी बद दम पुरजा। ਸਤਿਗੁਰੂ ਜੀ ਕਹਿਣ ਲੱਗੇ ਪੁਜਾਰੀ ਜੀ, ਅਸਲ ਵਿੱਚ ਸੂਤਕ ਤੁਹਾਨੂੰ ਚੰਬੜਿਆ ਹੋਇਆ। ਅਸਲ ਵਿੱਚ ਤੁਹਾਨੂੰ ਸੂਤਕ ਲੱਗਾ ਹੋਇਆ। ਆ ਸੂਤਕ ਦੀ ਬਿਮਾਰੀ ਤੁਹਾਨੂੰ ਹੈ। ਕਿਸੇ ਘਰ ਵਿੱਚ ਬੱਚਾ ਪੈਦਾ ਹੋਣ ਨਾਲ ਕਿਸੇ ਬੀਬੀ ਨੂੰ ਸੂਤਕ ਨਹੀਂ, ਕੋਈ ਘਰ ਪਵਿੱਤਰ ਨਹੀਂ ਹੋਇਆ। ਤੂੰ ਅਪਵਿੱਤਰ ਹੈ, ਕਿਉਂਕਿ ਸਭੋ ਸੂਤਕ ਭਰਮ ਹੈ, ਦੂਜੇ ਲੱਗੇ ਜਾਏ। ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ ਮਨ ਕਾ ਸੂਤਕ ਲੋਭ ਹੈ। ਸਤਿਗੁਰੂ ਜੀ ਨੇ ਕਿਹਾ ਭਗਤ ਜੀ, ਮਨ ਦੇ ਵਿੱਚ ਜੇ ਲੋਭ ਹੈ ਨਾ, ਲੋਭ ਲਾਲਚ ਹੈ, ਤੇ ਬੜਾ ਵੱਡਾ ਸੂਤਕ ਹੈ ਲਗਾ। ਬੜਾ ਵੱਡਾ ਸੂਤਕ ਹੈ। ਪੁਜਾਰੀ ਨੂੰ ਵੀ ਤੇ ਸੂਤਕ ਲੱਗ ਸਕਦਾ ਨਾ। ਮਨ ਵਿੱਚ ਲੋਭ ਹੋਵੇ ਤੇ ਬਾਣੀ ਨੂੰ ਵੀ ਵੇਚਿਆ ਜਾ ਸਕਦਾ। ਵੇਚ ਦਿੰਦੇ ਬਾਣੀ। ਜੇ ਪੁਜਾਰੀ ਦੇ ਮਨ ਵਿੱਚ ਲੋਭ ਹੈ ਨਾ, ਤੇ ਗੁਰਬਾਣੀ ਦੇ ਸ਼ਬਦ ਵੀ ਲਿਖ ਲਿਖ ਵੇਚੈ ਨਾ। ਉਹ ਸਤਿਗੁਰੂ ਜੀ ਨੇ ਆਖਿਆ ਬਾਣੀ ਦੇ ਸ਼ਬਦ ਲਿਖ ਲਿਖ ਕੇ ਵਿਚਦੇ ਨੇ ਕਿ ਤੁਸੀਂ ਆਹ ਸ਼ਬਦ ਬਾਬਿਆਂ ਨੇ ਕਿਹਾ ਕਿ ਆਹ ਸ਼ਬਦ ਦਾ ਇੰਨੀ ਵਾਰ ਜਾਪ ਕਰੋਗੇ ਤੁਹਾਡੇ ਘਰ ਵਿੱਚੋਂ ਦੁੱਖ ਦੂਰ। ਇੰਨੀ ਵਾਰ ਇਸ ਬਾਣੀ ਦਾ ਜਾਪ ਕਰੋਗੇ, ਇਸ ਸ਼ਬਦ ਦਾ ਜਾਪ ਕਰੋਗੇ, ਤੁਹਾਡੇ ਕੇਸ ਜਿਹੜੇ ਨੇ ਉਹ ਨਿਪਟ ਜਾਣਗੇ। ਸਤਿਗੁਰੂ ਦੀ ਬਾਣੀ ਨੂੰ ਲਿਖ ਲਿਖ ਕੇ ਕਈ ਆਪੇ ਬਣੇ ਮਹਾਂਪੁਰਖ ਜਿਹੜੇ ਨੇ ਬਾਣੀ ਦੇ ਸ਼ਬਦ ਲਿਖਦੇ ਨੇ। ਤੇ ਬਾਬੇ ਨੇ ਆਖਿਆ ਜੇ ਮਨ ਵਿੱਚ ਲੋਭ ਹੈ ਤੇ ਬੜਾ ਵੱਡਾ ਸੂਤਕ ਹੈ। ਧਰਮ ਦੀਆਂ ਬੇੜੀਆਂ ਦੇ ਵਿੱਚ ਵੱਡੇ ਨਹੀਂ ਪਾ ਰਹੇ ਇਹੋ ਜਿਹੇ ਬੰਦੇ। ਸਤਿਗੁਰੂ ਜੀ ਨੇ ਅੱਗੇ ਆਖਿਆ ਮਨ ਦਾ ਸੂਤਕ ਲੋਭ ਹੈ, ਜਿਹਵਾ ਜ਼ਬਾਨ, ਜਿਹਵਾ ਸੂਤਕ ਕੂੜ। ਆ ਜ਼ਬਾਨ ਦੇ ਉੱਪਰ ਜੇ ਹਰ ਸਮੇਂ ਝੂਠ ਹੈ, ਧਰਮ ਦੇ ਨਾਮ ਤੇ ਵੀ ਝੂਠ ਬੋਲਣਾ ਹੈ, ਵਾਰ-ਵਾਰ ਝੂਠ ਬੋਲਣਾ ਹੈ ਕਿ ਨਹੀਂ ਬਾਣੀ ਦਾ ਅਸਲ ਵੇਖੋ। ਅਸਲ ਵਿੱਚ ਝੂਠ ਕੀ ਹੈ ਕਿ ਗੁਰਬਾਣੀ ਦਾ ਜੋ ਸੱਚ ਹੈ ਉਹ ਮੈਂ ਨਹੀਂ ਦੱਸਦਾ, ਗੁਰਬਾਣੀ ਨੂੰ ਹੋਰ ਤਰੀਕੇ ਨਾਲ ਪੇਸ਼ ਕਰਦਾ ਨਾ, ਆਪਣੇ ਪੇਟ ਲਈ ਝੂਠ ਹੈ। ਤੇ ਬਾਬੇ ਨੇ ਆਖਿਆ ਜੇ ਜ਼ਬਾਨ ਦੇ ਉੱਪਰ ਸਦਾ ਝੂਠ ਹੈ ਨਾ, ਤੇ ਪੁਜਾਰੀ ਜੀ ਬੜਾ ਵੱਡਾ ਸੂਤਕ ਤੁਹਾਨੂੰ ਲੱਗਾ ਹੋਇਆ। ਤੁਸੀਂ ਤੇ ਸਭ ਤੋਂ ਅਪਵਿੱਤਰ ਬੰਦੇ ਹੋ। ਫਿਰ ਪਵਿੱਤਰ ਜਗ੍ਹਾ ਤੇ ਰਹਿਣ ਦਾ, ਧਾਰਮਿਕ ਅਸਥਾਨਾਂ ਤੇ ਰਹਿਣ ਦਾ ਤੁਹਾਨੂੰ ਕੋਈ ਹੱਕ ਨਹੀਂ ਹੈ। ਤੁਸੀਂ ਨਹੀਂ ਇੱਥੇ ਹੋਣੇ ਚਾਹੀਦੇ, ਕਿਉਂਕਿ ਤੁਹਾਡੇ ਮਨ ਵਿੱਚ ਵੀ ਲੋਭ ਰੂਪੀ ਸੂਤਕ ਹੈ, ਤੁਹਾਡੀ ਜ਼ੁਬਾਨ ਤੇ ਵੀ ਝੂਠ ਰੂਪੀ ਸੂਤਕ ਹੈ। ਤੇ ਮਹਾਰਾਜ ਅੱਗੇ ਆਖਿਆ ਕਹਿੰਦੇ ਅੱਖੀ ਸੂਤਕ ਵੇਖਣਾ। ਅੱਖਾਂ ਨੂੰ ਵੀ ਸੂਤਕ ਲੱਗਾ ਹੋਇਆ। ਕਾਹਦਾ ਸੂਤਕ ਲੱਗਾ ਹੋਇਆ? ਪਰ ਤਰੇ ਪਰ ਧਨ ਰੂਪ
ਪਰਾਇਆ ਧਨ ਤੇ ਪਰਾਇਆ ਧਨ ਤੱਕਣ ਦਾ। ਅੱਖਾਂ ਨੂੰ ਵੀ ਸੂਤਕ ਲੱਗਾ ਹੋਇਆ ਹੈ। ਸਤਿਗੁਰੂ ਕਹਿੰਦੇ ਦੇਖੋ ਆਹ ਸੂਤਕ ਵੱਡੇ ਵੱਡੇ ਤੇ ਤੁਹਾਨੂੰ ਭੈੜੇ ਲੱਗੇ ਹੋਏ ਨੇ, ਤੁਸੀਂ ਆਹ ਸੂਤਕ ਤੋਂ ਬਚ ਨਹੀਂ ਸਕੇ, ਪਰ ਦੂਜਿਆਂ ਨੂੰ ਭਰਮ ਦਾ ਜਾਲ ਬੁਣ ਕੇ ਆਖ ਰਹੇ ਹੋ ਕਿ ਜੰਮਣ ਤੇ ਮਰਨ ਸੂਤਕ ਹੈ। ਫਲਾਣੇ ਘਰ ਉਨੀ ਦੇਰ ਜਾਓ ਨਾ ਜਿੰਨੀ ਦੇਰ ਤੱਕ ਸੂਤਕ ਦੂਰ ਨਹੀਂ ਹੋ ਜਾਂਦਾ, ਅਪਵਿੱਤਰਤਾ ਦੂਰ ਨਹੀਂ ਹੋ ਜਾਂਦੀ, ਜਿੰਨੀ ਦੇਰ ਤੱਕ ਉਹਨਾਂ ਦੇ ਘਰ ਵਿੱਚ ਪਵਿੱਤਰਤਾ ਆ ਨਹੀਂ ਨਾ ਜਾਂਦੀ, ਉਨੀ ਦੇਰ ਤੱਕ ਨਾ ਉਹਨਾਂ ਘਰ ਜਾਓ ਤੇ ਨਾ ਉਹਨਾਂ ਨੂੰ ਬੁਲਾਓ, ਨਹੀਂ ਤੇ ਤੁਹਾਨੂੰ ਵੀ ਸੂਤਕ ਚੰਬੜ ਜਾਏਗਾ। ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਆਖਣ ਲੱਗੇ, ਕਹਿੰਦੇ ਕੰਨੀ ਸੂਤਕ, ਕੰਨਾਂ ਨੂੰ ਵੀ ਸੂਤਕ ਲੱਗਾ ਹੋਇਆ। ਕਾਹਦਾ ਸੂਤਕ ਹੈ? ਕਹਿੰਦੇ ਕੰਨ ਪੈ ਲਾਇਤ ਬਾਰੀ ਕਾਹੇ। ਲਾਇਤ ਬਾਰੀ ਕੀ ਹੈ? ਪਰਾਈ ਚੁਗਲੀ ਕਰਦਾ। ਕੰਨ ਹਰ ਸਮੇਂ ਚੁਗਲੀਆਂ ਸੁਣਨ ਵਾਸਤੇ ਤਿਆਰ ਰਹਿੰਦੇ ਨੇ। ਬੜੀ ਵੱਡੀ ਸੂਤਕ ਦੀ ਬਿਮਾਰੀ ਲੱਗੀ ਹੋਈ ਹੈ। ਤੇ ਧਾਰਮਿਕ ਸਥਾਨਾਂ ਆਪਾਂ ਇਹੀ ਸੋਚਦੇ ਸੀ ਫਲਾਣੇ ਘਰ ਵਿੱਚ ਬੜੀਆਂ ਚੁਗਲੀਆਂ ਹੁੰਦੀਆਂ, ਉਹਨਾਂ ਦੀ ਨੌਂ ਉਹਨਾਂ ਦੀ ਸੱਸ ਜਾ ਕੇ ਉਧਰ ਚੁਗਲੀਆਂ ਕਰਦੀ ਸੀ ਤੇ ਉਹਨਾਂ ਦੀ ਉਧਰ ਚੁਗਲੀਆਂ ਕਰਦੀ। ਪਰ ਜੇ ਅੱਜ ਧਾਰਮਿਕ ਸਥਾਨਾਂ ਵਿੱਚ ਦੇਖੀਏ ਨਾ ਤੇ ਧਾਰਮਿਕ ਸਥਾਨਾਂ ਵਿੱਚ ਵੀ ਐਸੇ ਬੰਦੇ ਪਲ ਰਹੇ ਨੇ ਜਿਹੜੇ ਇੱਕ ਦੂਜੇ ਦੀਆਂ ਚੁਗਲੀਆਂ ਕਰਦੇ ਨੇ ਤੇ ਸੁਣਨ ਵਾਲੇ ਵੀ ਬੜੇ ਸਵਾਦ ਨਾਲ ਸੁਣਦੇ ਨੇ। ਸਤਿਗੁਰੂ ਜੀ ਕਹਿਣ ਲੱਗੇ, ਕਹਿੰਦੇ ਉਹ ਭਾਈ ਦੇਖੋ ਸੰਸਾਰ ਦੇ ਧਾਰਮਿਕ ਲਾਣੀ ਨੂੰ ਵੀ ਆਹ ਸੂਤਕ ਦੀ ਬਿਮਾਰੀ ਲੱਗੀ ਹੋਈ ਹੈ। ਧਾਰਮਿਕ ਪੁਜਾਰੀ ਨੂੰ ਸਤਿਗੁਰੂ ਜੀ ਸਵਾਲ ਕਰਦੇ ਨੇ, ਕਹਿੰਦੇ ਕੰਨਾਂ ਨੂੰ ਵੀ ਸੂਤਕ ਦੀ ਬਿਮਾਰੀ ਹੈ। ਮਹਾਰਾਜ ਕਹਿੰਦੇ ਅੱਖਾਂ ਨੂੰ ਵੀ ਸੂਤਕ ਹੈ, ਮਨ ਨੂੰ ਵੀ ਸੂਤਕ ਹੈ, ਜ਼ਬਾਨ ਨੂੰ ਵੀ ਸੂਤਕ ਹੈ। ਤੇ ਅੱਗੇ ਕਹਿੰਦੇ ਨਾਨਕ ਹੰਸਾ ਆਦਮੀ। ਹੇ ਨਾਨਕ ਵੇਖੋ ਇਹ ਬੰਦੇ ਜਿਹੜੇ ਨੇ ਨਾ, ਜਿਹੜੇ ਆਪਣੇ ਆਪ ਨੂੰ ਸਿਆਣੇ ਕਹਾਉਂਦੇ ਨੇ, ਹੰਸਾਂ ਵਰਗੇ ਲੱਗਦੇ ਨੇ, ਚਿੱਟੇ ਹੰਸਾਂ ਵਰਗੇ ਲੱਗਦੇ ਨੇ, ਹੰਸਾਂ ਵਰਗੇ ਸਫੇਦ ਇਹਨਾਂ ਦੀਆਂ ਪੁਸ਼ਾਕਾਂ ਨੇ। ਧਾਰਮਿਕ ਲਾਣੀ ਦੀ ਗੱਲ ਕੀਤੀ ਨਾ ਸਤਿਗੁਰੂ ਜੀ ਨੇ, ਕਹਿੰਦੇ ਧਾਰਮਿਕ ਬੰਦੇ ਹੰਸਾਂ ਵਰਗੇ ਲੱਗਦੇ ਨੇ ਵੀ ਵਾਹ ਸਿਆਣੇ ਇਹ ਨੇ, ਅਸਲ ਵਿੱਚ ਬੰਦੇ ਹੀ ਇਹ ਨੇ, ਅਸਲ ਵਿੱਚ ਧਰਮ ਦੇ ਗੁਰੂ ਹੀ ਇਹ ਨੇ। ਪਰ ਨਾਨਕ ਹੰਸਾ ਆਦਮੀ ਬੱਧੇ ਜੰਪੁਰ ਜਾਏ। ਆਪ ਦੇ ਇਸ ਬਿਮਾਰੀਆਂ ਵਿੱਚ ਬੱਝੇ ਹੋਏ ਨੇ ਤੇ ਸਦਾ ਹੀ ਐਸੀਆਂ ਭਰਮ ਰੂਪੀ ਜਾਲ ਜਿਨ੍ਹਾਂ ਨੇ ਕਹਾਣੀਆਂ ਘੜੀਆਂ ਉਹਨਾਂ ਵਿੱਚ ਬੱਧੇ ਹੋਏ ਇਸ ਸੰਸਾਰ ਨੂੰ ਚਲੇ ਲੱਗਦੇ ਹੰਸਾਂ ਵਰਗੇ ਨੇ। ਪਰ ਸਤਿਗੁਰੂ ਜੀ ਕਹਿੰਦੇ ਇਹਨਾਂ ਦੀ ਸੋਚ ਬਗਲਿਆਂ ਦੀ ਤਰ੍ਹਾਂ ਹੈ, ਬਗਲਿਆਂ ਦੀ ਤਰ੍ਹਾਂ, ਕਿਉਂਕਿ ਬਗਲਾ ਵੀ ਹੰਸ ਵਰਗਾ ਚਿੱਟਾ ਹੈ ਕਿ ਹੰਸ ਤੇ ਪਹਿਲਾਂ ਹੀ ਆਪਣਾ ਰੰਗ ਲੈ ਕੇ ਆਇਆ ਸੀਗਾ। ਦੋਵਾਂ ਦੀਆਂ ਸ਼ਕਲਾਂ ਕਹਿੰਦੇ ਮਿਲਦੀਆਂ ਨੇ ਦੇਖੋ। ਪਰ ਸਤਿਗੁਰੂ ਜੀ ਨੇ ਨਵੇੜਾ ਕਰ ਦਿੱਤਾ, ਹੰਸਾਂ ਵਰਗੇ ਲੱਗਣ ਵਾਲੇ ਲੋਕ ਜਿਹੜੇ ਨੇ ਨਾ ਅਸਲ ਵਿੱਚ ਅੰਦਰੋਂ ਉਹ ਬਗਲਿਆਂ ਦੀ ਨਿਆਈ ਹੁੰਦੇ ਨੇ। ਆਓ ਮਹਾਰਾਜ ਨੇ ਸਾਨੂੰ ਐਸੇ ਭਰਮ ਜਾਲ ਤੋਂ ਕੱਢਦਿਆਂ ਹੋਇਆਂ ਆਖਿਆ, ਪਹਿਲਾਂ ਆ ਸੂਤਕ ਜਿਹੜਾ ਨਾ ਕੂੜ ਦਾ ਝੂਠ ਦਾ ਕੰਨਾਂ ਨੂੰ ਲੱਗਾ ਹੋਇਆ, ਜਿਹੜਾ ਅੱਖਾਂ ਨੂੰ ਲੱਗਾ ਹੋਇਆ, ਮਨ ਨੂੰ ਲੱਗਾ ਹੋਇਆ, ਇਹਨੂੰ ਦੂਰ ਕਰਕੇ ਸੱਚੀ ਮੁੱਚੀ ਗੁਰੂ ਗਿਆਨ ਲੈ ਕੇ ਅਸੀਂ ਹੰਸਾਂ ਵਰਗੇ ਆਦਮੀ ਬਣ ਗਏ। ਅਗਲੇ ਦਾ ਸਲੋਕ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਗੁਰੂ ਸਵਾਰਿਆਂ ਦੇ ਪਾਸੋਂ ਸ਼ਰਵਣ ਕਰੋ। ਮਹਲਾ ਪਹਿਲਾ। ਸਭ ਸੁਤ ਭਰਮ ਦੂਜੇ ਲਗੇ ਜਾ, ਜਮਨ ਮਰਦਾ ਹੁਕਮ ਹੈ ਪਾਣੇ ਆਵੇ ਜਾ, ਖਾਣਾ ਪੀਣਾ ਪਵਿੱਤਰ ਹੈ ਦੇਖੋ ਰਿਜ਼ਕ ਸਬਾਰ, ਨਾਨਕ ਜਿਨ ਗੁਰਮੁਖ ਦੂਜਿਆ ਬਿਨਾ ਸੁਤਤ ਨਾਮ ਸੁਤ ਲਾ। ਗੁਰੂ ਗਰੀਬ ਨਿਵਾਜ ਜੀ ਨੇ ਆਖਿਆ, ਵੇਖੋ ਅਸਲ ਵਿੱਚ ਇਹ ਭਰਮ ਦਾ ਹੀ ਜਾਲ ਹੈ। ਸਭੋ ਸੂਤਕ ਭਰਮ ਹੈ।
ਦੂਜੈ ਲੱਗੈ ਜਾਏ। ਕਿ ਇਹ ਭਰਮ ਕਿੰਨਾ ਵੱਡਾ ਪੈ ਗਿਆ ਕਿ ਆਖਦੇ ਨੇ ਜੇ ਕੋਈ ਸੂਤਕ ਵਾਲੇ ਘਰ ਵਿੱਚ ਆ ਗਿਆ ਨਾ ਉਹਨੂੰ ਵੀ ਇਹ ਲੱਗ ਜਾਣਾ। ਭਰਮ ਕਿੰਨਾ ਵੱਡਾ ਪਾ ਦਿੱਤਾ ਕਿ ਕੇਵਲ ਇੱਕ ਪੁਜਾਰੀ ਹੀ ਪਵਿੱਤਰ ਕਰ ਸਕਦਾ ਹੈ। ਸਭੋ ਸੂਤਕ ਭਰਮ ਹੈ ਦੂਜੈ ਲੱਗੈ ਜਾਏ, ਜੰਮਨ ਮਰਨਾ ਹੁਕਮ ਹੈ। ਮਹਾਰਾਜ ਜੀ ਨੇ ਸਵਾਲ ਕੀਤਾ, ਕਹਿੰਦੇ ਜੇ ਇਦਾਂ ਸੂਤਕ ਹੈ ਫਿਰ ਤਾਂ ਇਹਦਾ ਮਤਲਬ ਹੈ ਕਿ ਜਿਹੜਾ ਜੰਮਣ ਤੇ ਮਰਨਾ ਹੁਕਮ ਰੂਪੀ ਜੋ ਵਾਂਗਡੋਰ ਹੈ ਰੱਬ ਦੇ ਹੱਥ ਵਿੱਚ ਹੈ, ਫਿਰ ਉਹ ਸੂਤਕ ਤੇ ਉਹ ਪੈਦਾ ਕਰ ਰਿਹਾ ਹੈ। ਤੇ ਉਹ ਅਕਾਲ ਪੁਰਖ ਵਾਹਿਗੁਰੂ ਨੇ ਸੂਤਕ ਥੋੜੀ ਪੈਦਾ ਕੀਤਾ, ਭਰਮ ਥੋੜੀ ਪੈਦਾ ਕੀਤਾ ਹੈ। ਜੰਮਣਾ ਤੇ ਮਰਨਾ ਕਿਸੇ ਬੰਦੇ ਦੇ ਹੱਥ ਵੱਸ ਨਹੀਂ ਹੈ, ਕਿਸੇ ਪੁਜਾਰੀ ਦੇ ਹੱਥ ਥੋੜੀ ਹੈ ਵੀ ਉਹ ਕਹੇਗਾ ਮੈਂ ਅਰਦਾਸ ਕਰਦਾ ਤੇ ਜੰਮ ਪਏਗਾ, ਮੈਂ ਅਰਦਾਸ ਕਰਦਾ ਤੇ ਮਰ ਜਾਏਗਾ। ਕਹਿੰਦੇ ਨਾ, ਰੱਬੀ ਹੁਕਮ ਹੈ, ਜੰਮਣ ਮਰਨਾ ਹੁਕਮ ਹੈ, ਭਾਣੈ ਆਵੈ ਜਾਏ। ਉਹਦੇ ਭਾਣੇ ਦੇ ਵਿੱਚ ਹੈ, ਉਹਦੇ ਹੁਕਮ ਦੇ ਵਿੱਚ ਹੈ ਆਉਣਾ ਤੇ ਜਾਣਾ, ਉਹਦੇ ਹੁਕਮ ਦੇ ਵਿੱਚ ਹੈ ਜੰਮਣ ਤੇ ਮਰਨਾ। ਮੈਂ ਕਿਵੇਂ ਕਹਿ ਦਿਆਂ ਕਿ ਜੰਮਣਾ ਵੀ ਸੂਤਕ ਹੈ, ਮਰਨਾ ਵੀ ਸੂਤਕ ਹੈ। ਮਹਾਰਾਜ ਕਹਿੰਦੇ ਇਹਦੇ ਭਰਮ ਹੈ। ਤੇ ਭਰਮ ਰੱਬ ਨੇ ਨਹੀਂ ਪੈਦਾ ਕੀਤਾ, ਭਰਮ ਗੁਰੂ ਨੇ ਨਹੀਂ ਪੈਦਾ ਕੀਤਾ, ਭਰਮ ਗੁਰੂ ਦੇ ਨਾਮ ਤੇ ਲੁੱਟਣ ਵਾਲਿਆਂ ਨੇ ਪੈਦਾ ਕੀਤਾ। ਗੁਰੂ ਨੇ ਥੋੜੀ, ਗੁਰੂ ਤੇ ਭਰਮਾਂ ਦੇ ਹਨੇਰੇ ਚੋਂ ਕੱਢਦਾ ਹੈ ਨਾ। ਗੁਰੂ ਦਾ ਅਰਥ ਹੀ ਇਹ ਨਾ ਗਿਆਨ ਦੇ ਕੇ ਚਾਨਣ ਦਾ ਪ੍ਰਕਾਸ਼ ਕਰਨਾ ਤੇ ਅੰਧੇਰੇ ਨੂੰ ਦੂਰ ਕਰਨਾ। ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ ਜੰਮਣ ਮਰਨਾ ਹੁਕਮ ਹੈ, ਭਾਣੈ ਆਵੈ ਜਾਏ, ਖਾਣਾ ਪੀਣਾ ਪਵਿੱਤਰ ਹੈ। ਕੋਈ ਝੂਠਾ ਨਹੀਂ ਹੈ, ਸਾਰਾ ਕੁਝ ਪਵਿੱਤਰ ਹੈ ਕਿਉਂਕਿ ਦੇਣ ਵਾਲਾ ਪਵਿੱਤਰ ਹੈ। ਜਿਹਨੇ ਖਾਣਾ ਤੇ ਦਾਣਾ ਦਿੱਤਾ ਹੋਇਆ ਨਾ, ਜਿਸ ਨੇ ਇਹ ਸਾਰੀ ਉਤਪਤੀ ਪੈਦਾ ਕੀਤੀ ਹੋਈ ਹੈ ਨਾ, ਜਿਸ ਦੀ ਇਹ ਸਾਰੀ ਕੁਦਰਤ ਪੈਦਾ ਕੀਤੀ ਹੋਈ ਹੈ ਨਾ, ਉਹ ਸੱਚਾ ਹੈ। ਤੇ ਸੱਚਾ ਕਦੀ ਭਰਮ ਨਹੀਂ ਬਣੇਗਾ, ਸੱਚਾ ਕਦੀ ਵੀ ਵਹਿਮ ਨਹੀਂ ਵੰਡੇਗਾ, ਸੱਚਾ ਕਦੀ ਭਰਮ ਵਹਿਮ ਦੇ ਨਾਂ ਤੇ ਲੁੱਟੇਗਾ ਨਹੀਂ। ਉਸ ਸੱਚੇ ਨੇ ਸਾਰਾ ਕੁਝ ਪੈਦਾ ਕੀਤਾ। ਤੇ ਬਾਬਾ ਨਾਨਕ ਸਾਹਿਬ ਮਹਾਰਾਜ ਆਖਦੇ, ਕਹਿੰਦੇ ਖਾਣਾ ਪੀਣਾ ਪਵਿੱਤਰ ਹੈ, ਦੀ ਤੂੰ ਰਿਜ਼ਕ ਸੰਭਾਲੀ। ਉਹ ਸਾਰਿਆਂ ਨੂੰ ਇਹ ਰਿਜ਼ਕ ਦੇ ਰਿਹਾ ਹੈ। ਤੇ ਜਿਹਨੂੰ ਰਿਜ਼ਕ ਦਿੱਤਾ ਹੈ ਨਾ, ਜਿਹਨੂੰ ਨਹੀਂ ਸਾਰਿਆਂ ਨੂੰ ਰਿਜ਼ਕ ਦਿੱਤਾ ਹੈ ਉਸਨੇ, ਤੇ ਉਹ ਰਿਜ਼ਕ ਦੇ ਵਿੱਚ ਸੂਤਕ ਨਹੀਂ ਹੈ, ਝੂਠ ਨਹੀਂ ਹੈ, ਪਵਿੱਤਰਤਾ ਨਹੀਂ ਹੈ। ਕਹਿੰਦੇ ਸਾਰਾ ਕੁਝ ਹੀ ਉਹਨੇ ਸੁੱਚਾ ਦਿੱਤਾ ਹੈ। ਬੰਦੇ ਦੀ ਸੋਚ ਹੈ ਵੀ ਉਹਨੇ ਆਪਣੀ ਸੋਚ ਕਿੱਦਾਂ ਦੀ ਬਣਾ ਲਈ। ਜੇ ਤੇ ਭਰਮ ਵਿੱਚ ਪੈ ਗਿਆ ਤੇ ਭਰਮੀ ਬਣ ਗਿਆ, ਜੇ ਗੁਰੂ ਗਿਆਨ ਨਾਲ ਜੁੜ ਗਿਆ ਤੇ ਉਹ ਗਿਆਨੀ ਬਣ ਗਿਆ। ਉਹ ਫਿਰ ਪਵਿੱਤਰਤਾ ਦੇ ਤੇ ਅਪਵਿੱਤਰਤਾ ਦੇ ਨਾਮ ਤੇ ਕਿਸੇ ਨੂੰ ਲੁੱਟਦਾ ਨਹੀਂ ਤੇ ਨਾ ਕਿਸੇ ਨੂੰ ਲੁੱਟਣ ਦਿੰਦਾ ਹੈ। ਸੱਚੇ ਪਾਤਸ਼ਾਹ ਜੀ ਆਖਦੇ ਨੇ, ਨਾਨਕ ਜਿਨੀ ਗੁਰਮੁਖ ਬੁੱਝਿਆ, ਹੇ ਨਾਨਕ ਜਿਨ੍ਹਾਂ ਗੁਰੂ ਨਾਲ ਲੱਗ ਕੇ ਗੁਰਮੁਖ ਜਨਾਂ ਨੇ ਇਸ ਗੱਲ ਨੂੰ ਸਮਝ ਲਿਆ। ਗੁਰੂ ਨਾਲ ਜੁੜੇ ਹੋਏ ਲੱਗੇ ਹੋਏ ਜਿਹੜੇ ਨੇ ਉਹ ਗੁਰਮੁਖ ਨੇ। ਜਿਹੜੇ ਗੁਰੂ ਨਾਲ ਲੱਗੇ ਹੋਏ ਨੇ ਨਾ, ਭਾਵ ਜਿਨ੍ਹਾਂ ਗੁਰੂ ਦੀ ਗੱਲ ਨੂੰ ਮੰਨਿਆ ਹੋਇਆ, ਉਹ ਗੁਰਮੁਖ ਨੇ। ਇਹ ਨਹੀਂ ਕਿ ਜਿਹੜਾ ਵੀ ਆ ਗਿਆ ਸਤ ਸੰਗਤ ਵਿੱਚ ਉਹ ਗੁਰਮੁਖ ਹੈ, ਨਹੀਂ। ਸਤ ਸੰਗਤ ਵਿੱਚ ਆਉਣਾ ਬੜੀ ਵੱਡੀ ਗੱਲ ਹੈ, ਸਤ ਸੰਗਤ ਵਿੱਚ ਬੈਠਣਾ ਬੜੀ ਵੱਡੀ ਗੱਲ ਹੈ। ਸਤ ਸੰਗਤ ਵਿੱਚ ਬੈਠ ਕੇ ਗੁਰੂ ਦੀ ਗੱਲ ਨੂੰ ਮੰਨਣਾ ਗੁਰਮੁਖ ਹੈ। ਇਹ ਨਹੀਂ ਕਿ ਮੈਂ ਸੰਗਤ ਵਿੱਚ 40 ਦਿਨ ਆ ਗਿਆ ਤੇ ਮੈਂ ਕਹਾਂ ਮੈਂ ਹੀ ਗੁਰਮੁਖ। ਅੱਜ ਇਦਾਂ ਹੀ ਹੁੰਦਾ ਨਾ, ਜਿਹੜਾ ਬੰਦਾ 4 ਦਿਨ ਆ ਕੇ ਭਾਂਡੇ ਮੰਨ ਲੈਂਦਾ ਹੈ, ਜਿਹੜਾ ਬੰਦਾ 4 ਦਿਨ ਆ ਕੇ ਝਾੜੂ ਦੇ ਲੈਂਦਾ ਹੈ, ਬੜੀ ਵਧੀਆ ਗੱਲ ਹੈ। ਪਰ ਮੈਂ ਇਹ ਨਹੀਂ ਨਾ ਆਖਾਂ ਕਿ ਹੁਣ ਮੈਂ ਹੀ ਕਰ ਸਕਦਾ, ਗੁਰਮੁਖ ਹੀ ਮੈਂ ਆ। ਤੂੰ ਕੌਣ ਹੋਇਆ ਆ ਕੇ ਝਾੜੂ ਦੇਣ ਵਾਲਾ? ਸਾਡੇ ਮੇਨ ਕੇਂਦਰੀ ਅਸਥਾਨਾਂ ਦੇ ਵਿੱਚ ਇਦਾਂ ਹੀ ਹੁੰਦਾ ਨਾ ਵੀ ਉਹ ਮੱਲ ਮਾਰ ਕੇ ਬੈਠੇ ਨੇ ਵੀ ਅਸੀਂ ਕੱਜੀ ਅਸੀਂ ਨਾ ਇਸ਼ਨਾਨ ਕਰਾ ਸਕਦੇ ਆ, ਦੂਜਾ ਬੰਦਾ ਨਹੀਂ ਕਰਾ ਸਕਦਾ ਆ ਕੇ। ਅਸੀਂ ਹੀ ਸੇਵਾ ਕਰ ਸਕਦੇ ਆ, ਦੂਜਾ ਬੰਦਾ ਨਹੀਂ ਕਰ ਸਕਦਾ। ਨਾ ਜੀ, ਉਹ ਗੁਰਮੁਖ ਨਹੀਂ ਹੈ।
ਮਹਾਰਾਜ ਕਹਿੰਦੇ ਉਹ ਤੇ ਅਜੇ ਵੀ ਭਰਮ ਵਿੱਚ ਪਏ ਹੋਏ ਨੇ, ਭਾਵੇਂ ਉਹ ਗੁਰੂ ਦੇ ਕੋਲ ਹੋ ਕੇ ਬੈਠਣ। ਜੇ ਗੁਰੂ ਦੀ ਗੋਦ ਵਿੱਚ ਬੈਠਿਆ ਗੁਰੂ ਦੀ ਗੱਲ ਨਹੀਂ ਤਾਂ ਮੰਨਦੇ ਨਾ, ਗੁਰਮੁਖ ਕਦੇ ਨਹੀਂ, ਕਦੇ ਗੁਰਮੁਖ ਨਹੀਂ। ਗੁਰਮੁਖ ਕਿਹੜੇ ਨੇ? ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਆ ਕੇ ਬੈਠ ਜਾਂਦਾ ਹੈ, ਉਹ ਗੁਰਮੁਖ ਬਣਦੇ ਨੇ। ਤੇ ਤਾਂ ਕਹਿੰਦੇ ਨੇ ਨਾ ਸਤਿਗੁਰੂ ਜੀ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ, ਗੁਰ ਸਿੱਖਾਂ ਕੀ ਕਾਲ ਖਾਈ ਹੋਈ, ਜਿਨ ਹਰ ਨਾਮ ਧਿਆਵਾ। ਜਨ ਨਾਨਕ ਸਤਿਗੁਰੂ ਪੂਜਿਆ ਤਿਨ ਹਰ ਪੂਜ ਕਰਵਾ, ਕਿਉਂਕਿ ਉਹਨਾਂ ਦੇ ਹਿਰਦੇ ਦੇ ਵਿੱਚ ਗੁਰੂ ਦਾ ਗਿਆਨ ਆ ਕੇ ਬੈਠ ਗਿਆ। ਭਾਵ ਗੁਰੂ ਬਹਿ ਗਿਆ ਕਿ ਉਹ ਪਵਿੱਤਰ ਹੋ ਗਏ ਨੇ, ਸੋਹਣੇ ਲੱਗਦੇ ਨੇ। ਮਹਾਰਾਜ ਆਖਦੇ ਨੇ ਨਾਨਕ ਜਿਨੀ ਗੁਰਮੁਖ ਬੁਝਿਆ ਤਿੰਨਾ ਸੂਤਕ ਨਹੀਂ। ਜਿਨ੍ਹਾਂ ਨੇ ਗੁਰੂ ਦੀ ਗੱਲ ਨੂੰ ਸਮਝ ਲਿਆ ਨਾ, ਉਹਨਾਂ ਨੂੰ ਕਦੇ ਸੂਤਕ ਨਹੀਂ ਲੱਗਦਾ, ਨਾ ਉਹ ਸੂਤਕ ਵਾਲੀ ਐਸੀ ਭਰਮ ਰੂਪੀ ਬਿਮਾਰੀ ਵਿੱਚ ਪੈਂਦੇ। ਆਓ ਅਗਲੇ ਦਾ ਪੌੜੀ ਦਾ ਪਾਠ ਆਪਾਂ ਸਰਵਣ ਕਰਕੇ ਸਮਾਪਤ। ਨਾਨਕ ਜਿਨੇ ਗੁਰਮੁਖ ਬੁਝਿਆ, ਤਿਨਾ ਸੂਤਕ ਨਾ ਗੋੜ ਸਪੁਰਵਟ ਕਸਲਾ, ਜਿਸ ਵਿੱਚ ਵੱਡਿਆ ਵੱਡਿਆ ਸਰ ਮਿਲਨ ਆਈਆਂ, ਜਾਤ ਸੁਭਾਣਾ ਕਮਨ ਵਸੈ ਕਰ ਹੁਕਮ ਹੱਥ ਧਾਰ, ਵਿੱਚ ਮਾਰ ਵੱਡਿਆ ਮੁਰਿਆ ਸਹਿ ਹੈ, ਨੌਨਦ ਪਾਇਆ ਨੌਨਦ ਪਾਇਆ ਨੌਨਦ ਪਾਇਆ। ਦੇਖੋ ਸਤਿਗੁਰੂ ਗੁਰੂ ਗਰੀਬ ਨਵਾਜ ਜੀ ਨੇ ਬੜਾ ਸੋਹਣਾ ਬਚਨ ਦਿੱਤਾ ਕਿ ਗੁਰਮੁਖ ਜਨ ਆਪਣੇ ਗੁਰੂ ਦੀਆਂ ਵਡਿਆਈਆਂ ਕਿਉਂ ਕਰਦੇ ਨੇ? ਗੁਰੂ ਨੂੰ ਸਮਝ ਲਿਆ ਨਾ ਉਹਨਾਂ ਨੇ, ਗੁਰੂ ਨੂੰ ਜਾਣ ਲਿਆ ਜੀ ਉਹਨਾਂ ਨੇ। ਉਹ ਫਿਰ ਜਦੋਂ ਗੁਰੂ ਦੀ ਗੱਲ ਮੰਨ ਕੇ ਚੱਲਦੇ ਨੇ ਨਾ, ਤੇ ਸਦਾ ਗੁਣ ਗਾਉਂਦੇ ਹੋਏ ਆਖਦੇ ਨੇ ਸਤਿਗੁਰ ਵੱਡਾ, ਮੇਰਾ ਸਤਿਗੁਰੂ ਬੜਾ ਵੱਡਾ ਹੈ, ਉਹਦੇ ਬਰਾਬਰ ਕੋਈ ਦੂਜਾ ਨਹੀਂ। ਸਤਿਗੁਰ ਵੱਡਾ ਕਰ ਸਲਾਹੀਐ, ਕਿਉਂ? ਉਹਦੀ ਸਿਫਤ ਸਲਾਹ ਕਰਨੀ ਹੈ, ਕਿਉਂਕਿ ਜੀ ਜਿਸ ਵਿੱਚ ਵੱਡੀਆਂ ਵਡਿਆਈਆਂ, ਮੇਰੇ ਗੁਰੂ ਦੇ ਵਿੱਚ ਵਡਿਆਈਆਂ ਹੀ ਬੜੀਆਂ ਵੱਡੀਆਂ ਨੇ। ਮੇਰੇ ਗੁਰੂ ਦੇ ਵਿੱਚ ਗੁਣ ਹੀ ਗੁਣ ਨੇ, ਗੁਣ ਹੀ ਗੁਣ ਨੇ, ਬੜੇ ਵੱਡੇ ਵੱਡੇ ਗੁਣ ਨੇ। ਇਸ ਕਰਕੇ ਆਖਦਾ ਹਾਂ ਸਤਿਗੁਰ ਵੱਡਾ ਕਰ ਸਲਾਹੀਐ। ਗੁਰੂ ਤੇਰੇ ਵਾਰ 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 ਗੁਣ ਗਾਉਣ ਨੂੰ ਜੀ ਕਰਦਾ, ਤੇਰੀ ਸਿਫਤ ਸਲਾਹ ਕਰੀ ਜਾਵਾਂ ਆਖੀ ਜਾਵਾਂ। ਸੁਣ ਵੱਡਾ ਆਖੈ ਸਭ ਹੋਏ, ਕੇਵਟ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਤੇਰੇ ਗੁਣ ਗਾਉਂਦੇ ਹੋਏ ਤੇਰੇ ਵਿੱਚ ਸਮਾ ਜਾਂਦੇ ਨੇ। ਤੇਰੇ ਗੁਣਾਂ ਦਾ ਕੋਈ ਸਤਿਗੁਰੂ ਜੀ ਅਥਾਹ ਨਹੀਂ ਹੈ, ਤੂੰ ਬੜਾ ਅਗੰਮ ਹੈ, ਕੋਈ ਅੰਤ ਨਹੀਂ ਪਾ ਸਕਦਾ। ਪਰ ਤੇਰੇ ਗੁਣਾਂ ਨੂੰ ਧਾਰਨ ਕਰ ਕਰਕੇ ਨਾ ਅਸੀਂ ਤੇਰੇ ਵਿੱਚ ਸਮਾ ਜਾਂਦੇ ਹਾਂ, ਤੇਰਾ ਰੂਪ ਹੋ ਜਾਂਦੇ ਹਾਂ। ਆਓ ਸਤਿਗੁਰੂ ਦੇ ਗੁਣ ਬੜੇ ਵੱਡੇ ਨੇ। ਕਹਿੰਦੇ ਇਹ ਗੁਣ ਤਾਂ ਗਾਏ ਜਾਂਦੇ ਨੇ, ਗੁਰੂ ਦੇ ਗੁਣ ਤਾਂ ਗਾਏ ਜਾਂਦੇ ਨੇ ਜਦੋਂ ਰੱਬ ਪਰਮੇਸ਼ਰ ਕਿਰਪਾ ਕਰਦਾ ਹੈ। ਸਹਿ ਮੇਲੇ ਤਾਂ ਨਦਰੀਆਂ ਆਈਆਂ। ਮੇਰੇ ਖਸਮ ਪ੍ਰਭੂ ਪਤੀ ਪ੍ਰਮਾਤਮਾ ਨੇ ਕਹਿੰਦੇ ਉਸ ਰੱਬੀ ਨਿਜ਼ਮਾਵਲੀ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ, ਉਹਦੇ ਹੁਕਮ ਵਿੱਚ ਚੱਲਦੇ ਹਾਂ, ਸਾਰਾ ਕੁਝ ਸਾਨੂੰ ਰੱਬ ਵਰਗਾ ਪਵਿੱਤਰ ਜਦੋਂ ਲੱਗਦਾ ਨਾ, ਕੋਈ ਅਸੀਂ ਸੁੱਚ ਕੋਈ ਭਿੱਡ ਨੂੰ ਜਦੋਂ ਨਹੀਂ ਨਾ ਮੰਨਦੇ, ਇਹੋ ਜਿਹੇ ਖੋਟੇ ਕਰਮਾਂ ਨੂੰ, ਕੇਵਲ ਮੇਰਾ ਰੱਬ ਪਵਿੱਤਰ ਹੈ ਤੇ ਰੱਬ ਦੀ ਪੈਦਾ ਕੀਤੀ ਹੋਈ ਚੀਜ਼ ਜੋ ਹੈ ਨਾ ਉਹ ਪਵਿੱਤਰ ਹੈ। ਜਦੋਂ ਇਸ ਤਰੀਕੇ ਨਾਲ ਚੱਲਦੇ ਆ ਨਾ ਜੀ, ਕਹਿੰਦੇ ਫਿਰ ਸਹਿ ਮੇਲੇ ਤਾਂ ਨਦਰੀ ਆਈਆਂ, ਗੁਰੂ ਨਜ਼ਰ ਆਉਂਦਾ ਹੈ। ਫਿਰ ਆਖਦੇ ਹਾਂ ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ। ਮੈਂ ਉਦਾਂ ਦਾ ਦੇਖ ਲਿਆ ਗੁਰੂ ਜੀ ਦੀ, ਜਿੱਦਾਂ ਦਾ ਮੈਂ ਸੁਣਿਆ ਸੀ ਵੀ ਮੇਰੇ ਗੁਰੂ ਦੇ ਗੁਣ ਬੜੇ ਵੱਡੇ ਵੱਡੇ ਨੇ। ਸੱਚੇ ਪਾਤਸ਼ਾਹ ਅੱਗੇ ਆਖਦੇ ਨੇ ਜਾਂ ਤਿਸ ਭਾਣਾ ਤਾਂ ਮਨ ਵਸਾਈਆ। ਬੜੀ ਸੋਹਣੀ ਕਿਰਪਾ ਕੀਤੀ, ਬੜੀ ਵੱਡੀ ਕਿਰਪਾ ਕੀਤੀ ਦਾਦੇ ਨੇ ਕਿ ਭਾਣਾ ਮੰਨਣ ਦੀ ਅਕਲ ਸਿਖਾ ਦਿੱਤੀ, ਹੁਕਮ ਮੰਨਣ ਦੀ ਜਾਚ ਸਿਖਾ ਦਿੱਤੀ। ਤੇ ਜਿਵੇਂ ਜਿਵੇਂ ਮੈਂ ਹੁਕਮ ਮੰਨਦਾ ਗਿਆ,
ਉਹ ਰੱਬ ਮੇਰੇ ਅੰਦਰ ਵਸਦਾ ਗਿਆ। ਤਾਂ ਮਨ ਵਸਾਇਆ, ਮਨ ਵਿੱਚ ਵਸ ਗਿਆ ਤੇ ਉਹਨੂੰ ਹੁਣ ਗਾਉਣ ਦਾ ਜੀ ਕਰਦਾ ਹੈ, ਉਹਨੂੰ ਆਰਾਧਨ ਦਾ ਜੀ ਕਰਦਾ ਹੈ, ਉਹਦੀ ਬਾਣੀ ਪੜ੍ਹਨ ਦਾ ਹੁਣ ਜੀ ਕਰਦਾ। ਜੀ ਜਦੋਂ ਕਰੇ ਨਾ ਜੀ ਉਦੋਂ ਬਾਣੀ ਪੜ੍ਹਨ ਦਾ ਲਾਭ ਹੈ। ਨਹੀਂ ਤਾਂ ਮੈਂ ਇਹ ਵੀ ਨਾ ਆਖਾਂ ਨਾ ਵੀ ਮੇਰੀ ਇਹ ਮਰਿਆਦਾ ਬਣੀ ਹੈ, ਮੈਂ ਉਸ ਮਰਿਆਦਾ ਨੂੰ ਮੰਨਣਾ, ਮੈਂ ਉਸ ਮਰਿਆਦਾ ਤੋਂ ਆਕੀ ਨਹੀਂ। ਪਰ ਜਪਜੀ ਪੜ੍ਹਦਿਆਂ ਹੋਇਆਂ ਜੇ ਜੀ ਨਹੀਂ ਨਾ ਕਰ ਰਿਹਾ ਤੇ ਪੜ੍ਹਨ ਦਾ ਲਾਭ ਕੋਈ ਨਹੀਂ। ਕੇਵਲ ਮੈਂ ਇਸ ਕਰਕੇ ਪੜ੍ਹ ਰਿਹਾ ਵੀ ਮੈਂ ਵਾਕਿਆ ਹੀ ਪੜ੍ਹਨੀ ਹੈ ਤੇ ਪੜ੍ਹਦਿਆਂ ਹੋਇਆਂ ਜੇ ਜੀ ਨਹੀਂ ਨਾ ਕਰ ਰਿਹਾ ਤੇ ਮੈਂ ਇੱਕ ਓੰਕਾਰ ਸ਼ੁਰੂ ਕਰਕੇ ਕੀਤਾ ਹੈ ਤੇ ਸ਼ਲੋਕ ਦਾ ਪਤਾ ਨਹੀਂ ਨਾ ਲੱਗਾ, ਜੀ ਨਹੀਂ ਕਰ ਰਿਹਾ ਨਾ, ਬਾਣੀ ਪੜ੍ਹਦਿਆਂ ਹੋਇਆਂ ਮੈਂ ਇੱਧਰ ਉੱਧਰ ਭਟਕਦਾ ਫਿਰਦਾ ਹਾਂ, ਨਹੀਂ ਲਾਭ। ਜੀ ਕਰੇ, ਕੰਮ ਕਰਨ ਨੂੰ ਜੀ ਕਰੇ ਤੇ ਮੈਂ ਬਾਬੇ ਦੀ ਬਾਣੀ ਪੜ੍ਹਾਂ, ਬਾਬੇ ਦੀ ਬਾਣੀ ਸੁਣਾ, ਬਾਬੇ ਦੀ ਬਾਣੀ ਨੂੰ ਵਿਚਾਰਾਂ, ਬਾਬੇ ਦੀ ਬਾਣੀ ਨੂੰ ਸਮਝਾਂ, ਬਾਬੇ ਦੀ ਬਾਣੀ ਦੇ ਮੁਤਾਬਕ ਚੱਲਾਂ। ਸੱਚੇ ਪਾਤਸ਼ਾਹ ਆਖਦੇ ਨੇ, ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰੀਆਂ। ਜਦੋਂ ਜੀ ਕੀਤਾ ਨਾ ਤੇ ਮਨ ਵਿੱਚ ਜਦੋਂ ਦਾਤਾ ਮੇਰਾ ਵਸਿਆ ਹੈ, ਸੱਚੀ ਮੁੱਚੀ ਉਸ ਦਾਤੇ ਦੇ ਗੁਣਾਂ ਨੇ ਮੇਰੇ ਅੰਦਰੋਂ ਬੁਰਾਈਆਂ ਕੱਢ ਦਿੱਤੀਆਂ, ਬੁਰਾਈਆਂ ਨੂੰ ਮਾਰ ਕੇ ਕੱਢ ਦਿੱਤਾ, ਕਿਉਂਕਿ ਉਹਨੇ ਹੁਣ ਮੇਰੇ ਸਿਰ ਤੇ ਹੱਥ ਰੱਖ ਦਿੱਤਾ। ਉਹ ਮੇਰੇ ਮੱਥੇ ਦੇ ਵਿੱਚ ਆ ਕੇ ਵਸ ਗਿਆ, ਮੇਰੇ ਮਸਤਕ ਦੇ ਵਿੱਚ ਆ ਕੇ ਵਸ ਗਿਆ, ਉਹਨੇ ਮੇਰੇ ਮੱਥੇ ਤੇ ਹੱਥ ਧਰ ਦਿੱਤਾ। ਸੱਚਮੁੱਚ ਅੱਜ ਜਦੋਂ ਗਿਆਨ ਗੁਣਾਂ ਦਾ ਹੱਥ ਮੇਰੇ ਮੱਥੇ ਦੇ ਉੱਤੇ ਧਰਿਆ ਨਾ ਗੁਰੂ ਨੇ, ਮੇਰੇ ਅੰਦਰੋਂ ਉਹਨੇ ਬੁਰਾਈਆਂ ਮਾਰ ਕੇ ਬਾਹਰ ਕੱਢ ਦਿੱਤਾ। ਹੁਣ ਬੁਰਾਈਆਂ ਵਾਲਾ ਨਹੀਂ ਮੈਂ ਅਪਣਾਉਂਦਾ, ਹੁਣ ਮੈਂ ਚੰਗਿਆਈਆਂ ਵਾਲਾ ਅਪਣਾਉਣਾ ਹਾਂ। ਅਪਵਿੱਤਰਤਾ ਦੂਰ ਹੋ ਗਈ ਤੇ ਪਵਿੱਤਰਤਾ ਆ ਗਈ। ਸਤਿਗੁਰੂ ਜੀ ਨੇ ਆਖਿਆ, ਵਿੱਚੋਂ ਮਾਰ ਕੱਢੀਆਂ ਬੁਰਾਈਆਂ, ਤੇ ਫਿਰ ਬੁਰਾਈਆਂ ਜਦੋਂ ਦੂਰ ਹੋਈਆਂ ਨਾ, ਸਹਿਤ ਉਠੈ ਨੌ ਨਿਧ ਪਾਈਆਂ। ਗੁਰੂ ਮੇਰਾ ਤਰੁੱਟ ਗਿਆ, ਸਾਹਿਬ ਮੇਰਾ ਤਰੁੱਟ ਗਿਆ, ਉਹਨੇ ਦੁਨੀਆ ਦੇ ਸਾਰੇ ਖਜ਼ਾਨੇ ਝੋਲੀ ਵਿੱਚ ਪਾ ਦਿੱਤੇ, ਟੁੱਟ ਗਿਆ। ਜਦੋਂ ਉਹਦੀ ਕਿਰਪਾ ਹੋਈ ਹੈ ਨਾ, ਉਹਨੇ ਸਾਰਾ ਕੁਝ ਹੀ, ਸਾਰੀਆਂ ਹੀ ਖੁਸ਼ੀਆਂ, ਸਾਰੇ ਹੀ ਖੇੜੇ, ਸਾਰੇ ਹੀ ਆਨੰਦ, ਕਹਿ ਲਓ ਸੰਸਾਰ ਦੇ ਸਾਰੇ ਜਿੰਨੇ ਸੁੱਖ ਨੇ ਨਾ, ਸਾਰਾ ਕੁਝ ਹੀ ਉਹਨੇ ਝੋਲੀ ਵਿੱਚ ਪਾ ਦਿੱਤਾ। ਕਿਉਂਕਿ ਉਸ ਗੁਰਮੁਖ ਪਿਆਰੇ ਨੂੰ ਹੁਣ ਮਨ ਕਾ ਸੂਤਕ ਲੋਭ ਨਹੀਂ ਹੈ। ਲੋਭ ਅੰਦਰੋਂ ਮੱਚ ਗਿਆ ਨਾ, ਮਰ ਗਿਆ। ਜਦੋਂ ਇਹ ਬੁਰਾਈਆਂ ਜਦੋਂ ਨਿਕਲ ਗਈਆਂ, ਪਿਆਰ ਵਾਲਿਓ, ਫਿਰ ਸਾਰਾ ਕੁਝ ਭਾਵੇਂ ਥੋੜਾ ਵੀ ਹੈ ਨਾ ਕੋਲ, ਉਹ ਵੀ ਬਹੁਤਾ ਲੱਗਦਾ ਹੈ। ਕਿਉਂਕਿ ਲਾਲਚ ਨਹੀਂ ਹੋਣਾ, ਹੁਣ ਲੱਭ ਨਹੀਂ ਹੈ, ਹੁਣ ਕੇਵਲ ਇੱਕ ਗੁਰੂ ਦਾ ਗਿਆਨ ਹੈ ਤੇ ਗੁਰੂ ਦੇ ਗਿਆਨ ਦੁਆਰਾ ਜ਼ਿੰਦਗੀ ਬਤੀਤ ਕਰਦੇ ਹਾਂ। ਗੁਰੂ ਦੇ ਗੁਣਾਂ ਨੂੰ ਗਾ ਗਾ ਕੇ ਆਖੀਦਾ, ਸਤਿਗੁਰੂ ਵੱਡਾ ਕਾਰਸਾ ਲਾਹੀਐ, ਜਿਸ ਵਿੱਚ ਵੱਡੀਆਂ ਵਡਿਆਈਆਂ ਹੋਈਆਂ। ਭੁੱਲਾਂ ਚੁੱਕਾਂ ਦੀ ਖਿਮਾ, ਬਲਾਉ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।